ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਤਕਰਾਰ ਕਾਰਨ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ, ਜਿਸ ਤੋਂ ਬਾਅਦ ਸਾਰੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਸਿੱਧੂ ਦੀ ਤਰਫੋਂ ਮੀਟਿੰਗ ਕਰ ਰਹੇ ਸਨ। ਸਿੱਧੂ ਬਣਨ ਤੋਂ ਬਾਅਦ ਹੀ ਸਿੱਧੂ ਬਣ ਗਏ ਮੁਖੀ। ਉਹ ਪਵਿੱਤਰ ਸ਼ਹਿਰ ਗੁਰੂ ਦੀ ਨਗਰੀ ਵਿਖੇ ਆਪਣੇ ਘਰ ਪਹੁੰਚੇ ਸਨ। ਇੱਥੋਂ ਦੇ ਸਮਰਥਕਾਂ ਨੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਸੀ। ਉਕਤ ਕਾਂਗਰਸੀ ਵਿਧਾਇਕ ਅਤੇ ਮੰਤਰੀਆਂ ਨੇ ਬੀਤੀ ਰਾਤ ਤੋਂ ਹੀ ਸਿੱਧੂ ਦੇ ਘਰ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਉਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਅਤੇ ਮੰਤਰੀ ਸਿੱਧੂ ਦੇ ਹੱਕ ਵਿੱਚ ਸਿੱਧੂ ਨਿਵਾਸ ਪਹੁੰਚ ਚੁੱਕੇ ਹਨ। ਇਸ ਨੂੰ ਵੀ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪੱਤਰਕਾਰ ਗੁਰਪ੍ਰੀਤ ਸੰਧੂ ਦੀ ਰਿਪੋਰਟ। ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਆ, ਸ਼ੁਕਰਾਨਾ ਕਰਨ ਲਈ ਪਹੁੰਚੇ ਆ। ਸੋ ਕਾਂਗਰਸ ਲਈ ਅੱਛਾ ਆਗਾਜ਼ ਹੈਗਾ ਜੀ। ਜਿੱਦਾਂ ਸਾਰੇ ਆਏ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿ ਰਹੇ ਨੇ ਕਿ ਸਿੱਧੂ ਨੂੰ ਪਬਲਿਕਲੀ ਮਾਫੀ ਮੰਗਣੀ ਚਾਹੀਦੀ। ਕੀ ਪੰਜਾਬ ਕਾਂਗਰਸ ਦਾ ਪ੍ਰਧਾਨ ਨੂੰ ਮਾਫੀ ਦਾ ਕਲਚਰ ਹੈ ਜੀ? ਮਾਫੀ ਮੰਗਣੀ ਦੇਖੋ, ਕੈਪਟਨ ਅਮਰਿੰਦਰ ਸਿੰਘ ਸਾਡੇ ਬਹੁਤ ਸਤਿਕਾਰਯੋਗ ਹੈ, ਮੇਰੇ ਮੁੱਖ ਮੰਤਰੀ ਨੇ, ਮੇਰੇ ਬੌਸ ਆ। ਉਹ ਮੈਂ ਉਹਨਾਂ ਦੀ ਕਿਸੇ ਗੱਲ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਬਟ ਇੱਕਜੁੱਟਤਾ ਕਿਵੇਂ ਦਿਖੇਗੀ ਵਿਧਾਇਕ ਸਾਹਿਬ? ਇੱਦਾਂ ਹੀ ਹੁੰਦਾ ਜਦੋਂ ਪਰਿਵਾਰ ਦੇ ਵਿੱਚ ਇੱਕਜੁੱਟਤਾ ਹਮੇਸ਼ਾ ਹੀ ਰਹੀ ਹੈ, ਹੁਣ ਵੀ ਹੋ ਜੂਗੀ। ਥੋੜ੍ਹੇ ਬਹੁਤੇ ਜੇ ਡਿਫਰੈਂਸਿਸ ਹੋ ਜਾਂਦੇ ਕਈ ਵਾਰੀ, ਪਰ ਮੈਨੂੰ ਨਹੀਂ ਲੱਗਦਾ ਕੋਈ ਡਿਫਰੈਂਸਿਸ ਹੈ। ਇਹ ਪਾਵਰਾਂ ਹੀ ਅਲੱਗ-ਅਲੱਗ ਨੇ। ਉਹ ਮੁੱਖ ਮੰਤਰੀ ਨੇ, ਇਹ ਜਿਹੜੀ ਪਾਰਟੀ ਇਹ ਸਿੱਧੂ ਸਾਹਿਬ ਜਾਂ ਕੈਪਟਨ ਸਾਹਿਬ ਦਾ ਮਸਲਾ ਉਹ ਦੇਖਣ ਜੀ। ਮੈਂ ਤਾਂ ਅੱਜ ਕਾਂਗਰਸ ਦੇ ਹੁਕਮ ਦੇ ਉੱਤੇ ਕਾਂਗਰਸ ਦੇ ਨਵੇਂ ਜਿਹੜੇ ਪ੍ਰਧਾਨ ਲੱਗੇ ਨੇ, ਨਾਲ ਜਿਹੜੇ ਉਹਨਾਂ ਦੇ ਐਕਟਿੰਗ ਪ੍ਰਧਾਨ ਲੱਗੇ ਆ, ਉਹਨਾਂ ਦੇ ਨਾਲ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਚੱਲੇ ਹਾਂ। ਔਰ ਇਹ ਕਾਂਗਰਸ ਵਾਸਤੇ ਅੱਛਾ ਆਗਾਜ਼ ਹੈ। ਔਰ ਮੈਂ ਸਮਝਦਾ ਕਿ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਦੇ ਵਾਸਤੇ ਇਹ ਚੰਗਾ ਮੁੱਢ ਬੱਝਿਆ। ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਨਾ, ਔਰ ਉੱਥੋਂ ਅਸੀਂ ਸੇਧ ਵੀ ਲੈਣੀ ਹੈ। ਮਸਲਾ ਹੱਲ ਹੀ ਹੈ ਜੀ। ਕੈਪਟਨ ਸਾਹਿਬ ਜਾਂ ਫਿਰ ਅੱਗੇ ਲਾਓਗੇ ਸਿੱਧੂ ਸਾਹਿਬ ਨੂੰ? ਹਰਜੋਤ ਕਮਲ ਬਹੁਤ ਛੋਟਾ ਜਿਹਾ ਇੱਕ ਪਿਆਦਾ ਆ। ਇਹ ਜਿਹੜੇ ਆ ਸ਼ਤਰੰਜ ਦੀਆਂ ਮੋਹਰਾਂ ਜਿਹੜੀਆਂ ਉੱਥੋਂ ਚੱਲਦੀਆਂ ਹੈਗੀਆਂ ਦਿੱਲੀ ਤੋਂ। ਚਰਚਾ ਤਾਂ ਤੇਜ਼ ਹੈ ਨਾ ਹੁਣ। ਬਿਲਕੁਲ। ਚਲੋ, ਇਹ ਸੋਸ਼ਲ ਮੀਡੀਆ ਹਮੇਸ਼ਾ ਹੀ ਚਰਚਾ ਹੀ ਕਰਾਉਂਦਾ। ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ। ਸਾਰੇ ਆਪਾਂ ਦੇਖਿਆ ਕਾਫੀ ਇਫੈਕਟਿਵਲੀ ਰੋਡ ਸ਼ੋ ਵੀ ਸੀ। ਅੱਜ ਸਾਰੇ ਐਮਐਲਏ ਪਹੁੰਚ ਰਹੇ ਨੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਰਾਤ ਨੂੰ ਇੱਕ ਟਵੀਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਤੋਂ ਪਬਲਿਕਲੀ ਮਾਫੀ ਮੰਗਣਗੇ, ਫਿਰ ਮੈਂ ਨਾਲ ਆਊਂਗਾ। ਦੇਖੋ, ਮੈਨੂੰ ਲੱਗਦਾ ਹੈ ਇੱਦਾਂ ਦਾ ਇਸ਼ੂ ਨਹੀਂ ਖੜਾ ਕਰਨਾ ਚਾਹੀਦਾ। ਦੇਖੋ, ਪੰਜਾਬ ਦੇ ਇਸ਼ੂਜ਼ ਦੀ ਗੱਲ ਹੈ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ। ਕਿਉਂਕਿ ਸਾਨੂੰ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਨੀ ਚਾਹੀਦੀ ਆ, ਨਾ ਕਿ ਸਾਨੂੰ ਪਰਸਨਲ ਈਗੋ ਦੀ ਗੱਲ ਕਰਨੀ ਚਾਹੀਦੀ ਆ। ਔਰ ਮੈਂ ਇਸ ਗੱਲ 'ਚ ਸਮਝਦਾ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਇਕੱਠੇ ਹੋ ਕੇ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਯਾਦ ਹੋਣਾ, ਜਦੋਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਲੱਗੇ ਸੀ ਤਾਂ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਸੋਨੀਆ ਗਾਂਧੀ ਜੀ ਨੂੰ, ਤੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਸੀ। ਤੇ ਹੁਣ 2-3 ਦਿਨ ਹੋਏ ਆ, ਦੋਨੇ ਲੀਡਰ ਡਿਨਰ ਕਰਕੇ ਗਏ ਆ। ਮੈਂ ਚੰਗੀ ਗੱਲ ਆ, ਪਰ ਜੇ ਇੱਦਾਂ ਦੀਆਂ ਗੱਲਾਂ ਕਰਕੇ ਵੀ ਜੇ ਬੈਠਿਆ ਜਾ ਸਕਦਾ, ਅਸੀਂ ਤਾਂ ਪਬਲਿਕ ਦੇ ਕੰਮਾਂ ਦੀ ਗੱਲ ਕਰਦੇ ਆ, ਪਬਲਿਕ ਦੇ ਇਸ਼ੂਜ਼ ਦੀ ਗੱਲ ਕਰਦੇ ਆ, ਤਾਂ ਫਿਰ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੂੰ ਫਰਾਕ ਦਿਲੀ ਦਿਖਾਉਣੀ ਚਾਹੀਦੀ ਆ। ਸਾਡੇ ਤੋਂ ਬਹੁਤ ਵੱਡੇ ਹੈਗੇ ਆ। ਮੈਂ ਤਾਂ ਹਮੇਸ਼ਾ ਕਿਉਂਕਿ ਗੱਲ ਪਾਰਲੀਮੈਂਟੇਰੀਅਨ ਲੈਂਗੁਏਜ ਦੀ ਆ, ਗੱਲ ਇਸ਼ੂਜ਼ ਦੀ ਆ, ਔਰ ਇਸ਼ੂਜ਼ ਨੂੰ ਅਸੀਂ ਵਿਸਾਰ ਨਹੀਂ ਸਕਦੇ। ਇਹ ਪਰਸਨੈਲਿਟੀਜ਼ ਦੀ ਲੜਾਈ ਨਹੀਂ ਹੋ ਸਕਦੀ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਇਹ ਨਵਜੋਤ ਸਿੱਧੂ ਦੀ ਲੜਾਈ ਨਹੀਂ ਹੈ, ਇਹ ਇਸ਼ੂਜ਼ ਦੀ ਲੜਾਈ ਹੈ। ਪੰਜਾਬ ਦੀ ਆਪਣੀ ਹੋਂਦ ਦੀ ਲੜਾਈ ਆ। ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਣ ਦੀ ਜ਼ਰੂਰਤ ਹੈਗੀ ਆ, ਉਹਨੂੰ ਡਾਇਰੈਕਸ਼ਨ ਦੇਣ ਦੀ ਜ਼ਰੂਰਤ ਹੈਗੀ ਆ। ਜਿਹੜੇ ਇਸ਼ੂਜ਼ ਪਹਿਲਾਂ ਰਿਜ਼ੋਲਵ ਨਹੀਂ ਹੋਏ, ਉਹਨਾਂ ਨੂੰ ਰਿਜ਼ੋਲਵ ਕਰਨ ਦੀ ਜ਼ਰੂਰਤ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ 'ਚ ਬਹੁਤਾ ਕੁਝ ਪਿਆ ਨਹੀਂ। ਸਰ, ਹਾਈ ਕਮਾਂਡ ਨੇ 18 ਪੁਆਇੰਟ ਏਜੰਡਾ ਦਿੱਤਾ। ਜੇ ਕੈਪਟਨ ਅਮਰਿੰਦਰ ਸਿੰਘ ਇੱਦਾਂ ਨਾਲ ਨਹੀਂ ਆਉਣਗੇ, ਪ੍ਰਧਾਨ ਇਕੱਠੇ ਨਹੀਂ ਰਹਿਣਗੇ, ਤਾਂ ਉਹ ਕਿੰਨਾ ਪੂਰਾ ਹੋਏਗਾ? ਨਹੀਂ ਹੋ ਸਕਦਾ। ਮੈਂ ਤਾਂ ਕਹਿੰਦਾ ਵੀ ਇੱਕ ਆਰਗੇਨਾਈਜੇਸ਼ਨ ਦਾ ਹੈੱਡ ਆ, ਇੱਕ ਸਰਕਾਰ ਦਾ ਹੈੱਡ ਆ, ਔਰ ਇਹਨਾਂ ਦੋਨਾਂ ਹੈੱਡਸ ਨੂੰ ਇਕੱਠੇ ਕਰਕੇ ਹੀ ਗਾਂਹ ਤੋਰਨ ਦੀ ਜ਼ਰੂਰਤ ਹੈਗੀ ਆ। ਨਵਜੋਤ ਸਿੰਘ ਸਿੱਧੂ ਨੂੰ ਮਾਫੀ ਮੰਗਣੀ ਚਾਹੀਦੀ? ਨਹੀਂ, ਬਿਲਕੁਲ। ਮਾਫੀ ਕਿਸ ਕੰਮ ਦੀ?
ਮਾਫੀ ਮੇਰੇ ਕਹਿਣ ਦਾ ਮਤਲਬ ਪਬਲਿਕ ਇਸ਼ੂ ਨਹੀਂ ਹੈਗੇ। ਮੈਂ ਤਾਂ ਫਿਰ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਅਸੀਂ ਇਸ਼ੂਜ਼ ਨਹੀਂ ਸੋਲਵ ਕੀਤੇ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਨਾਲ ਇੱਕ ਨਵੀਂ ਸਿਆਸਤ ਜੁੜਨ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਹੱਥ ਭੱਜ ਦੌੜ ਦਿੱਤੀ ਗਈ ਪੰਜਾਬ ਨਵਜੋਤ ਸਿੰਘ ਸਿੱਧੂ ਤੇ ਸਾਰੇ ਐਮਐਲਏ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਹੈ। ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਜਾ ਰਹੇ ਹੈ। ਆਸ਼ੀਰਵਾਦ ਲੈ ਕੇ ਪੰਜਾਬ ਦੀ ਸੇਵਾ ਜਿਹੜੀ ਅੱਗੇ ਸ਼ੁਰੂ ਕਰਨੀ ਹੈ, ਜੋ ਸੰਘਰਸ਼ ਸ਼ੁਰੂ ਕਰਨਾ, ਉਸ ਲਈ ਉੱਥੇ ਗੁਰੂ ਨੂੰ ਅਰਦਾਸ ਕਰਕੇ ਫਿਰ ਚੱਲਾਂਗੇ। ਉਸ ਤੋਂ ਬਾਅਦ ਜੋ ਵੀ ਕਹਿਣਾ ਮੈਂ ਕਹਾਂਗਾ। ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਜਾਣਾ ਚਾਹੀਦਾ ਸੀ। ਅਮਰਿੰਦਰ ਸਿੰਘ ਨੂੰ ਜਾਣਾ ਨਾਲ ਮੈਂ ਕਿਹਾ ਨਾ, ਮੈਂ ਪਹਿਲਾਂ ਗੁਰੂ ਘਰ ਜਾਵਾਂਗਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਕ੍ਰੀਏਟ ਕੀਤਾ ਗਿਆ, ਉਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਪਹਿਲਾਂ ਮਾਫੀ ਮੰਗੀ ਜਾਵੇ ਫਿਰ ਮੁਲਾਕਾਤ ਹੋਵੇਗੀ? ਇਹ ਕਿੱਦਾਂ ਸਵਾਲ ਕਦੇ ਲੱਗਦਾ ਕਿ ਦੋ ਧੜਿਆਂ ਦੀ ਪਾਰਟੀ ਵੰਡੀ ਜਾ ਰਹੀ ਹੈ। ਮੈਂ ਕਿਹਾ ਕਿ ਪਹਿਲਾਂ ਅੱਜ ਗੁਰੂ ਘਰ ਜਾ ਰਹੇ ਹਾਂ, ਗੁਰੂ ਰਾਜਨੀਤਿਕ ਗੱਲ ਨਹੀਂ ਕਰਾਂਗਾ, ਸਿਰਫ ਗੁਰੂ ਦੀ ਗੱਲ ਕਰਾਂਗਾ। ਸਰ ਵਿਰੋਧੀ ਪਾਰਟੀ ਕਈ ਸਵਾਲ ਚੁੱਕ ਰਹੀਆਂ, ਹੁਣ ਉਹਨੂੰ ਕਿੱਦਾਂ ਦੇਖ ਰਹੇ? ਵਿਰੋਧੀ ਪਾਰਟੀ ਕਹਿ ਰਹੀ ਹੈ ਕਿ ਪਹਿਲਾਂ ਆਪਣਾ ਘਰ ਦਾ ਕਲੇਸ਼ ਨਹੀਂ ਖਤਮ ਹੋ ਰਿਹਾ, ਪਹਿਲਾਂ ਹੁਣ ਹਾਈ ਕਮਾਂਡ ਦਾ ਜਿਹੜਾ ਫੈਸਲਾ ਉਹ ਮੰਨਣਾ ਚਾਹੀਦਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਕਿੱਦਾਂ ਦੇਖ ਰਹੇ ਹੋ ਹਾਈ ਕਮਾਂਡ ਦਾ ਫੈਸਲਾ ਮੰਨਣਾ ਚਾਹੀਦਾ? ਧੰਨਵਾਦ ਤੁਹਾਡਾ। ਤੇ 2016 ਦੇ ਵਿੱਚ ਉਸ ਫਾਸਲੇ ਨੂੰ ਖਤਮ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਕਦਮੀ ਕੀਤੀ ਸੀ। ਬ੍ਰਹਮ ਜੀ ਦੇ ਘਰ ਦੇ ਵਿੱਚ 150 ਗਜ ਦਾ ਬ੍ਰਿਜ ਬਣ ਕੇ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਘਰ 'ਚ ਲੈ ਕੇ ਗਿਆ ਸੀ। ਬੜੀ ਮੰਦਭਾਗੀ ਗੱਲ ਆ ਕਿ ਜਿਹੜੀ ਕੱਲ ਬ੍ਰਹਮ ਜੀ ਨੇ ਸਟੇਟਮੈਂਟ ਦਿੱਤੀ, ਹਮੇਸ਼ਾ 72 ਤੋਂ ਲੈ ਕੇ ਅੱਜ ਤੱਕ ਬ੍ਰਹਮ ਜੀ ਔਰ ਸਾਡਾ ਪਰਿਵਾਰ ਇਕੱਠਾ, ਔਰ ਅਸੀਂ ਇੱਕ ਕਾਂਗਰਸੀ ਪਰਿਵਾਰ ਹੋਣ ਦੇ ਨਾਤੇ ਮੇਰੇ ਖਿਆਲ ਸਾਡੀਆਂ ਬਹੁਤ ਜ਼ਿਆਦਾ ਆਪਸ ਵਿੱਚ ਸਾਂਝਾਂ ਵੀ ਨੇ। ਤੇ ਜਿਸ ਵੇਲੇ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਮੇਰੇ ਮਨ ਨੂੰ ਠੇਸ ਪਹੁੰਚੀ ਆ। ਦੂਸਰੀ ਚੀਜ਼ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਆ, ਹਾਈ ਕਮਾਂਡ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਇੱਕ ਕਿਸਮ ਦਾ ਚੈਲੰਜ ਕੀਤਾ ਗਿਆ। ਹਾਈ ਕਮਾਂਡ ਦੇ ਸੋਨੀਆ ਜੀ ਔਰ ਹਰੀਸ਼ ਰਾਵਤ ਦੀ ਮੀਟਿੰਗ ਤੋਂ ਬਾਅਦ ਅਗਰ ਇਹ ਚੀਜ਼ਾਂ ਕੈਪਟਨ ਸਾਹਿਬ ਦੇ ਦਿਮਾਗ 'ਚ ਸੀਗੀਆਂ, ਮਨ 'ਚ ਸੀਗੀਆਂ, ਉਹਨਾਂ ਨੂੰ ਕੈਟਾਗੋਰੀਕਲੀ ਉੱਥੇ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਐਕਸੈਪਟ ਨਹੀਂ ਕਰਾਂਗਾ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਆਹ ਚੀਜ਼ਾਂ ਨਹੀਂ ਕਰਦਾ। ਜਿਸ ਵੇਲੇ ਪ੍ਰੈਜ਼ੀਡੈਂਟ ਬਣ ਗਿਆ ਤੇ ਉਸ ਵੇਲੇ ਕਾਂਗਰਸ ਪਾਰਟੀ ਨੂੰ ਉਹ ਡਿਸਪਲਿਨ ਮੰਨਣਾ ਪਏਗਾ। ਜੋ ਰਾਹੁਲ ਗਾਂਧੀ ਨੇ ਗੱਲ ਕਹੀ ਆ ਕਿ ਕਾਂਗਰਸ ਦੇ ਡਰਪੋਕ ਤੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਤੇ ਇਨਡਿਸਪਲਿਨ ਪੈਦਾ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ। ਤੇ ਇਸ ਲਈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਾਡੀ ਕਾਂਗਰਸ ਹਾਈ ਕਮਾਂਡ ਦਾ ਡਿਸੀਜਨ ਆ। ਉਸ ਡਿਸੀਜਨ ਦੇ ਉੱਤੇ ਸਾਨੂੰ ਸਾਰਿਆਂ ਨੂੰ ਖੜਾ ਹੋਣਾ ਪਏਗਾ, ਉਹਦੇ 'ਚ ਸਾਨੂੰ ਸਾਰਿਆਂ ਨੂੰ ਭੂਮਿਕਾ ਨਿਭਾਉਣੀ ਪਏਗੀ। ਹਾਂ, ਜੇ ਬ੍ਰਹਮ ਜੀ ਨੇ ਕਿਹਾ ਹੁੰਦਾ ਨਵਜੋਤ ਸਿੱਧੂ ਨੂੰ ਕਿ ਮੈਨੂੰ ਦੱਸਿਆ ਨਵਜੋਤ ਸਿੱਧੂ ਨੇ ਕਿ ਮੈਂ ਟੈਲੀਫੋਨ ਕੀਤਾ ਬ੍ਰਹਮ ਜੀ ਨੂੰ, ਉਹਨਾਂ ਆਖਿਆ ਮੈਂ ਅਜੇ 2-4 ਦਿਨ ਠੀਕ ਨਹੀਂ ਗਾ, ਮੈਂ ਉਹਦੇ ਬਾਅਦ ਮਿਲਾਂਗਾ। ਜੇ ਉਹਨਾਂ ਨੇ ਕਿਹਾ ਹੁੰਦਾ ਨਵਜੋਤ ਇੱਥੇ ਪਹੁੰਚ ਤੇ ਮੈਂ ਤੈਨੂੰ ਲੈ ਕੇ ਅਮਰਿੰਦਰ ਸਿੰਘ ਦੇ ਘਰ ਜਾਣਾ, ਤੇ ਜੇ ਨਵਜੋਤ ਨੇ ਨਾ ਕੀਤੀ ਹੁੰਦੀ ਫਿਰ ਇਹਦੇ ਗੱਲ ਦਾ ਤੁਹਾਨੂੰ ਮੈਂ ਜ਼ਰੂਰ ਜਵਾਬ ਦਿੰਦਾ ਜਿਵੇਂ ਮੈਂ। ਤੇ ਫੇਰ ਹੀ ਮੁਲਾਕਾਤ ਹੋਵੇਗੀ। ਅੱਜ ਦਾ ਤਾਂ ਬਹੁਤ ਹੀ ਮੁਕੱਦਸ ਦਿਹਾੜਾ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਨਿਰਵਾਚਿਤ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਤੇ ਅਸੀਂ ਸਾਰੇ ਐਮਐਲਏ ਸਾਹਿਬ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਚੱਲੇ ਹੈਗੇ ਆ। ਤੇ ਇਹ ਤੁਸੀਂ ਖੁਸ਼ੀ ਦੇਖ ਹੀ ਰਹੇ ਹੋ ਜਦੋਂ ਦੇ ਪ੍ਰਧਾਨ ਬਣੇ ਹੈਗੇ ਆ। ਸਾਰੇ ਕਾਂਗਰਸ ਵਰਕਰ 'ਚ ਸਾਰੇ ਕਾਂਗਰਸ ਦੇ ਪਦਾਧਿਕਾਰੀਆਂ 'ਚ ਬਹੁਤ ਖੁਸ਼ੀ ਹੈਗੀ। ਖੁਸ਼ੀ ਹੈਗੀ ਬਟ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿ ਰਹੇ ਨੇ ਕਿ ਮਾਫੀ ਮੰਗ ਲਓ ਫਿਰ ਜਾ ਕੇ ਗੱਲ ਕੈਪਟਨ ਸਾਹਿਬ ਸਿੱਧੂ ਨੂੰ ਮਿਲਣਗੇ। ਸਰ ਦੋਹੇ ਬਹੁਤ ਸੀਨੀਅਰ ਸਾਡੇ ਨੇਤਾ ਹੈਗੇ ਆ, ਦੋਵਾਂ 'ਚ ਬੜੀ ਫਰਾਕ ਦਿਲੀ ਹੈਗੀ ਹੈ। ਇਹ ਆਪਸ 'ਚ ਮਾੜਾ ਮੋਟਾ ਮਿਸਅੰਡਰਸਟੈਂਡਿੰਗ ਹੈ ਜਿਹੜੀ ਰਿਜ਼ੋਲਵ ਹੋ ਜਾਣੀ ਹੈ। ਕੋਈ ਲੋਕਾਂ ਦੇ ਵਿੱਚ ਗਲਤ ਮੈਸੇਜ ਨਹੀਂ ਜਾਏਗਾ ਹੈਨਰੀ ਸਾਹਿਬ ਇਸ ਦਿਨ? ਬਿਲਕੁਲ ਨਹੀਂ, ਸਾਰੇ ਇਕੱਠੇ ਹੋ ਕੇ ਸੀਐਮ ਸਾਹਿਬ ਦੀ ਸਰਪ੍ਰਸਤੀ ਦੇ ਥੱਲੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਕਹਿੰਦੇ ਕਿ ਮੈਂ ਸੰਤੁਸ਼ਟੀ ਨਹੀਂ ਹੈ, ਮਾਫੀ ਮੰਗਣਗੇ ਤੇ ਫੇਰ ਹੀ ਮੈਂ ਅਗਾਂਹ ਵਧਾਂਗਾ, ਫੇਰ ਹੀ ਮੈਂ ਉਹਨਾਂ ਨੂੰ ਮਿਲਾਂਗਾ। ਸਰ ਬਿਲਕੁਲ ਸਹੀ ਹੋ ਜਾਣਾ ਹੈਗਾ, ਤੁਸੀਂ ਸਮਾਂ ਦਿਓ, ਸਮੇਂ ਦੇ ਨਾਲ ਬਿਲਕੁਲ ਸਹੀ ਹੋ ਜਾਣਾ। ਬਿਲਕੁਲ ਨਹੀਂ, ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਛਲੇ 3 ਦਿਨਾਂ ਤੋਂ ਬਹੁਤ ਹੀ ਸੁਨਹਿਰਾ ਸੁਨੇਹਾ ਗਿਆ ਕਿ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਦੇ ਵਿੱਚ ਜੋ ਉਤਸ਼ਾਹ ਹੈਗਾ ਕਿ 22 ਦੇ ਵਿੱਚ ਦੁਬਾਰਾ ਕਾਂਗਰਸ ਦੀ ਤੇ ਲੋਕਾਂ ਦੀ ਸਰਕਾਰ ਹੋਵੇ। ਕੁਝ ਵਿਧਾਇਕ ਜਿਹੜੇ ਪਹੁੰਚ ਰਹੇ ਨੇ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸੀਐਮ ਬਣਨਗੇ ਮਾਝੇ ਤੋਂ, ਤੁਸੀਂ ਕੀ ਕਹਿਣਾ ਚਾਹੁੰਦੇ? ਫਿਰ ਇਸ ਤਰ੍ਹਾਂ ਅਜੇ ਵਿਧਾਇਕਾਂ ਦੀ ਕਿਰਾਏ ਨਹੀਂ ਬਣ ਰਹੀ। ਦੇਖੋ ਪਹਿਲਾਂ ਇਲੈਕਸ਼ਨ ਹੋਏਗੀ, ਫਿਰ ਸਾਡੇ ਪ੍ਰਧਾਨ ਹਮੇਸ਼ਾ ਸੋਨੀਆ ਗਾਂਧੀ ਜੀ ਉਹਨਾਂ ਵੱਲੋਂ ਜੋ ਵੀ ਡਿਸੀਜਨ ਹੋਏਗੀ, ਇਹ ਕਦੇ ਵੀ ਪਹਿਲਾਂ ਸਾਡੇ ਚੋਂ ਨਹੀਂ ਚੋਣ ਹੁੰਦੀ ਹੈਗੀ, ਹਮੇਸ਼ਾ CLP ਦਾ ਲੀਡਰ ਬਾਅਦ ਚੋਂ ਚੁਣਿਆ ਜਾਂਦਾ। ਕਹਿੰਦੇ ਦੋ ਧੜੇ ਨਜ਼ਰ ਆਉਂਦੇ ਆ ਪੰਜਾਬ ਦੇ ਲੋਕ, ਕਹਿੰਦੇ ਦੋ ਧੜਾਂ ਦੇ ਵਿੱਚ 2022 ਚ ਕਿੱਦਾਂ ਜਾਓਗੇ ਫਿਰ ਹੈਨਰੀ ਸਾਹਿਬ 2022 ਦੇ ਵਿੱਚ, ਕਿਉਂਕਿ ਤੁਸੀਂ ਵਧਾਈਆਂ ਦੇਣ ਵਾਸਤੇ ਘਰੇ ਪਹੁੰਚ ਗਏ, ਸਿੱਧੂ ਸਾਹਿਬ ਉਹਨਾਂ ਦਾ ਵੀ ਨਹੀਂ ਆਇਆ।
ਤਾਂ ਵਧਾਈ ਦੇਣ ਵਾਸਤੇ ਘਰ ਵੀ ਪਹੁੰਚ ਕੇ ਤੁਹਾਡੇ ਘਰ ਵੀ ਜਾ ਕੇ ਨਵਜੋਤ ਸਿੱਧੂ, ਪਰ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਤਾਂ ਟਵੀਟ ਤੱਕ ਨਹੀਂ ਸਾਹਮਣੇ ਦੇਖੋ ਜੀ ਸਰ ਟਵੀਟ ਦੇ ਨਾਲ ਨਹੀਂ ਹੁੰਦਾ ਹੈਗਾ, ਹਮੇਸ਼ਾ ਸਿਰਫ ਕੱਲਾ ਟਵੀਟ ਨਾਲ ਨਹੀਂ ਹੁੰਦਾ, ਆਪਸੀ ਬਹਿ ਕੇ ਸਾਰਾ ਕੁਝ ਰਿਜ਼ੋਲਵ ਹੋਏਗਾ। ਹਾਲੇ ਤਾਂ ਉਹਨਾਂ ਨੇ ਪਹਿਲਾਂ ਅੱਜ ਹਰਮੰਦਰ ਸਾਹਿਬ ਮੱਥਾ ਟੇਕਣਾ ਹੈ, ਫਿਰ ਉਹਨਾਂ ਨੇ ਆਪਣੀ ਚੇਅਰ ਦੇ ਉੱਤੇ ਜਾ ਕੇ ਬੈਠਣਾ ਹੈ ਤੇ ਸਾਰੇ ਇਕੱਠੇ ਹੋ ਕੇ ਅਸੀਂ ਕਾਂਗਰਸ ਦੇ ਨਾਲ। ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਬਲਿਕਲੀ ਮਾਫੀ ਮੰਗਣ, ਫਿਰ ਮੈਂ ਨਾਲ ਚੱਲੂਗਾ। ਦੇਖੋ ਮੈਨੂੰ ਪਹਿਲੀ ਗੱਲ ਤੇ ਬ੍ਰਹਮ ਜੀ ਦੀ ਜਿਹੜੀ ਸਟੇਟਮੈਂਟ ਆਈ ਆ ਕੱਲ, ਉਹਨਾਂ ਨੇ ਕਿਹਾ ਮੈਨੂੰ ਬਹੁਤ ਅਫਸੋਸ ਹੋਇਆ। ਬ੍ਰਹਮ ਜੀ ਦਾ ਔਰ ਕੈਪਟਨ ਸਾਹਿਬ ਦਾ ਆਪਣੇ ਘਰ ਦਾ ਪਟਿਆਲਾ ਹਾਊਸ ਦਾ ਸਿਰਫ 150 ਗਜ ਦਾ ਫਾਸਲਾ ਸੀਗਾ ਤੇ 2016 ਦੇ ਵਿੱਚ ਉਸ ਫਾਸਲੇ ਨੂੰ ਖਤਮ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਕਦਮੀ ਕੀਤੀ ਸੀ। ਬ੍ਰਹਮ ਜੀ ਦੇ ਘਰ ਦੇ ਵਿੱਚ 150 ਗਜ ਦਾ ਬ੍ਰਿਜ ਬਣ ਕੇ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਘਰ 'ਚ ਲੈ ਕੇ ਗਿਆ ਸੀ। ਬੜੀ ਮੰਦਭਾਗੀ ਗੱਲ ਆ ਕਿ ਜਿਹੜੀ ਕੱਲ ਬ੍ਰਹਮ ਜੀ ਨੇ ਸਟੇਟਮੈਂਟ ਦਿੱਤੀ, ਹਮੇਸ਼ਾ 72 ਤੋਂ ਲੈ ਕੇ ਅੱਜ ਤੱਕ ਬ੍ਰਹਮ ਜੀ ਔਰ ਸਾਡਾ ਪਰਿਵਾਰ ਇਕੱਠਾ, ਔਰ ਅਸੀਂ ਇੱਕ ਕਾਂਗਰਸੀ ਪਰਿਵਾਰ ਹੋਣ ਦੇ ਨਾਤੇ ਮੇਰੇ ਖਿਆਲ ਸਾਡੀਆਂ ਬਹੁਤ ਜ਼ਿਆਦਾ ਆਪਸ ਵਿੱਚ ਸਾਂਝਾਂ ਵੀ ਨੇ। ਤੇ ਜਿਸ ਵੇਲੇ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਮੇਰੇ ਮਨ ਨੂੰ ਠੇਸ ਪਹੁੰਚੀ ਆ। ਦੂਸਰੀ ਚੀਜ਼ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਆ, ਹਾਈ ਕਮਾਂਡ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਇੱਕ ਕਿਸਮ ਦਾ ਚੈਲੰਜ ਕੀਤਾ ਗਿਆ। ਹਾਈ ਕਮਾਂਡ ਦੇ ਸੋਨੀਆ ਜੀ ਔਰ ਹਰੀਸ਼ ਰਾਵਤ ਦੀ ਮੀਟਿੰਗ ਤੋਂ ਬਾਅਦ ਅਗਰ ਇਹ ਚੀਜ਼ਾਂ ਕੈਪਟਨ ਸਾਹਿਬ ਦੇ ਦਿਮਾਗ 'ਚ ਸੀਗੀਆਂ, ਮਨ 'ਚ ਸੀਗੀਆਂ, ਉਹਨਾਂ ਨੂੰ ਕੈਟੇਗੋਰੀਕਲੀ ਉੱਥੇ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਐਕਸੈਪਟ ਨਹੀਂ ਕਰਾਂਗਾ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਆਹ ਚੀਜ਼ਾਂ ਨਹੀਂ ਕਰਦਾ। ਜਿਸ ਵੇਲੇ ਪ੍ਰੈਜ਼ੀਡੈਂਟ ਬਣ ਗਿਆ ਤੇ ਉਸ ਵੇਲੇ ਕਾਂਗਰਸ ਪਾਰਟੀ ਨੂੰ ਉਹ ਡਿਸਪਲਿਨ ਮੰਨਣਾ ਪਏਗਾ। ਜੋ ਰਾਹੁਲ ਗਾਂਧੀ ਨੇ ਗੱਲ ਕਹੀ ਆ ਕਿ ਕਾਂਗਰਸ ਦੇ ਡਰਪੋਕ ਤੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਤੇ ਇਨਡਿਸਪਲਿਨ ਪੈਦਾ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ। ਤੇ ਇਸ ਲਈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਾਡੀ ਕਾਂਗਰਸ ਹਾਈ ਕਮਾਂਡ ਦਾ ਡਿਸੀਜਨ ਆ। ਉਸ ਡਿਸੀਜਨ ਦੇ ਉੱਤੇ ਸਾਨੂੰ ਸਾਰਿਆਂ ਨੂੰ ਖੜਾ ਹੋਣਾ ਪਏਗਾ, ਉਹਦੇ 'ਚ ਸਾਨੂੰ ਸਾਰਿਆਂ ਨੂੰ ਭੂਮਿਕਾ ਨਿਭਾਉਣੀ ਪਏਗੀ। ਹਾਂ, ਜੇ ਬ੍ਰਹਮ ਜੀ ਨੇ ਕਿਹਾ ਹੁੰਦਾ ਨਵਜੋਤ ਸਿੱਧੂ ਨੂੰ ਕਿ ਮੈਨੂੰ ਦੱਸਿਆ ਨਵਜੋਤ ਸਿੱਧੂ ਨੇ ਕਿ ਮੈਂ ਟੈਲੀਫੋਨ ਕੀਤਾ ਮੰਗਣਗੇ ਉਨੀ ਦੇਰ ਤੱਕ ਮੈਂ ਮੁਲਾਕਾਤ ਨਹੀਂ ਕਰਾਂਗਾ। ਮੈਨੂੰ ਲੱਗਦਾ ਕਿ ਮਹਾਰਾਜਾ ਅਮਰਿੰਦਰ ਸਿੰਘ ਜੀ ਦਾ ਕੱਦ ਬਹੁਤ ਵੱਡਾ ਹੈ, ਸੋ ਦਿਲ ਬਹੁਤ ਵੱਡਾ ਹੋਣਾ ਚਾਹੀਦਾ ਹੈ। ਸੋ ਮਾਫੀ ਵਾਲੀ ਕੋਈ ਐਸੀ ਗੱਲ ਨਹੀਂ ਹੈ, ਲੇਕਿਨ ਹਾਂ ਮੈਨੂੰ ਲੱਗਦਾ ਕਿ ਥੋੜੀ ਦੋਨਾਂ 'ਚ ਨਾਰਾਜ਼ਗੀ ਹੈ। ਜਲਦੀ ਹੀ ਉਸ ਨਾਰਾਜ਼ਗੀ ਦਾ ਹੱਲ ਨਿਕਲ ਜਾਏਗਾ। ਹਾਈ ਕਮਾਂਡ ਇਹਦੇ ਉਸ 'ਤੇ ਪੂਰੀ ਨਿਗਾਹ ਬਣਾਏ ਹੈ, ਸੋ ਮੈਨੂੰ ਲੱਗਦਾ ਕਿ ਜਲਦੀ ਇਹਦਾ ਕੋਈ ਨਾ ਕੋਈ ਹੱਲ ਨਿਕਲ। ਸਮਝਦੇ ਹੋ ਕਿ ਧੜੇਬੰਦੀ 'ਚ ਬਦਲ ਗਈ ਹੈ ਕਾਂਗਰਸ, ਦੋ ਧੜੇ ਬਣ ਗਏ ਇੱਕ ਹੀ ਕਾਂਗਰਸ ਦੇ ਵਿੱਚ? ਨਹੀਂ, ਕੋਈ ਧੜਾ ਨਹੀਂ ਹੁੰਦਾ। ਤੁਸੀਂ ਦੇਖਿਆ ਹੋਣਾ ਹਰ ਪਾਰਟੀ ਦੇ ਅੰਦਰ ਚਾਹੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਲਾ ਲਓ, ਚਾਹੇ ਅਕਾਲੀ ਦਲ ਦੀ ਗੱਲ ਲਾ ਲਓ, ਤੁਸੀਂ ਦੇਖਿਆ ਵਟੋਆ ਦੇ ਅੰਦਰ ਜਾ ਕੇ ਖੁਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਹਿਤਾ ਸੀ ਕਿ ਮੈਂ ਚੁਣਾਵ ਲੜਾਂਗਾ। ਸੋ ਧੜੇਬੰਦੀ ਨਹੀਂ ਹੁੰਦੀ, ਇੱਛਾ ਹੁੰਦੀ ਹੈ ਹਰ ਵਿਅਕਤੀ ਦੀ। ਪਰਿਵਾਰ ਦੇ ਵਿੱਚ ਕਈ ਵਾਰੀ ਵਿਵਾਦ ਹੋ ਜਾਂਦਾ, ਤੁਸੀਂ ਆਪਦੇ ਪਰਿਵਾਰ ਦੇ ਮੈਂਬਰਾਂ ਨਾਲ ਵਿਵਾਦ ਹੋ ਜਾਂਦਾ ਤੁਹਾਡਾ। ਸੋ ਜਲਦੀ ਹੀ ਉਹ ਵਿਵਾਦ ਮੈਨੂੰ ਲੱਗਦਾ ਸੁਲਝ ਜਾਏਗਾ। ਹਾਈ ਕਮਾਂਡ ਨੂੰ ਇਸ ਗੱਲ ਤੋਂ ਸਾਰੀ ਚੀਜ਼ ਤੇ ਜਾਣਕਾਰੀ ਹੈ ਔਰ ਤੁਸੀਂ ਵੇਖੋਗੇ ਕਿ ਆਉਣ ਵਾਲੇ ਸਮੇਂ 'ਚ ਵਿਵਾਦ ਪੂਰੀ ਤਰੀਕੇ ਨਾਲ ਖਤਮ ਹੋ ਜਾਏਗਾ। ਮਹਿੰਦਰਾ ਵੀ ਕਹਿੰਦੇ ਕਿ ਮੈਂ ਮਿਲਣਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ, ਉਹਨਾਂ ਦੀ ਆਪਦੀ ਇੱਛਾ ਹੈ। ਵੈਸੇ ਮੈਨੂੰ ਲੱਗਦਾ ਕਿ ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਅਗਰ ਕੋਈ ਕਿਸੇ ਦੇ ਘਰੇ ਜਾਂਦਾ ਹੈ, ਬੇਸ਼ੱਕ ਕੋਈ ਦੁਸ਼ਮਣ ਵੀ ਆਵੇ ਤਾਂ ਉਹਨੂੰ ਮੈਨੂੰ ਲੱਗਦਾ ਜੀ ਆਇਆਂ ਕਹਿਣਾ ਚਾਹੀਦਾ। ਮਨਪ੍ਰੀਤ ਬਾਦਲ ਸੁਖਜਿੰਦਰ ਰੰਧਾਵਾ ਨੇ ਕਿਹਾ ਵੀ ਇਹ ਇਨਡਿਸਪਲਿਨ ਕਰ ਰਹੇ ਨੇ ਜਿਹੜੇ ਲੋਕ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿੰਦੇ ਪਹਿਲਾਂ ਹੀ ਨਹੀਂ ਕਹਿਣਾ ਚਾਹੀਦਾ ਸੀ। ਸੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਹਾਂ ਕਿ ਅਸੀਂ ਤਾਂ ਹਮੇਸ਼ਾ ਕਾਂਗਰਸ ਪਾਰਟੀ ਦਾ ਨਿਯਮ ਰਿਹਾ ਹੈ। ਕਾਂਗਰਸ ਪਾਰਟੀ ਇਸ ਗੱਲ ਨੂੰ ਚੰਗਾ ਸਮਝਦੀ ਹੈ ਕਿ ਜਿਹੜੇ ਹਾਈ ਕਮਾਂਡ ਦੇ ਫੈਸਲੇ ਦਾ ਸਵਾਗਤ ਕਰਨ, ਬੇਸ਼ੱਕ ਉਹ ਪ੍ਰਤਾਪ ਸਿੰਘ ਬਾਜਵਾ ਬਣੇ, ਅਸੀਂ ਲੋਕਾਂ ਨੇ ਸਵਾਗਤ ਕੀਤਾ, ਸੁਨੀਲ ਜਾਖੜ ਬਣੇ, ਕੱਲ ਨੂੰ ਹੁਣ ਸਿੱਧੂ ਸਾਹਿਬ ਬਣੇ, ਕੱਲ ਨੂੰ ਅਮਰਿੰਦਰ ਸਿੰਘ ਜੀ ਬਣੇ, ਕੋਈ ਵੀ ਹੋਰ ਬਣੇਗਾ, ਸਾਡਾ ਹੱਕ ਬਣਦਾ ਆਪਦੀ ਗੱਲ ਰੱਖੀਏ ਕਿ ਫਲਾਂ ਬੰਦਾ ਚੰਗਾ ਉਹ ਬਣਨਾ ਚਾਹੀਦਾ ਹੈ। ਪਰ ਜਦੋਂ ਕਾਂਗਰਸ ਪਾਰਟੀ ਦੇ ਅੰਦਰ ਟਿਕਟ ਕਿਸੇ ਨੂੰ ਮਿਲ ਜੇ ਜਾਂ ਕਿਸੇ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ। ਜਿਹੜੇ ਕਾਫੀ ਲੰਬੇ 4.5 ਸਾਲ ਤੋਂ ਅੜੇ ਹੋਏ ਨੇ, ਇਹ ਨਵਜੋਤ ਸਿੰਘ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਵਾਰ-ਵਾਰ ਕਈ ਵਾਰੀ ਇਹ ਸਵਾਲ ਉੱਠਦਾ ਹੈ, 80 ਚੁਣੇ ਹੋਏ MLA ਸਾਹਿਬਾਨਾਂ ਦੀ ਔਰ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਹੈ ਔਰ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਭਖਦੇ ਮਸਲਿਆਂ ਨੂੰ ਅਸੀਂ ਹੱਲ ਕਰਾਈਏ। 4.5 ਸਾਲ ਕਿਉਂ ਕਮੀ ਰਹੀ? ਹਵਾ ਸਾਹਿਬ ਉਹਨੇ ਗਏ ਨੇ, ਉਹਨਾਂ ਨੇ ਕਿਹਾ ਕਿ ਪਾਰਟੀ ਦੇ ਪਿੱਠ ਤੇ ਛੁਰਾ ਖੋਪਿਆ। ਹਾਈ ਕਮਾਂਡ ਨੇ ਕਿਹਾ ਸੀ, ਉਹਨੇ ਹਾਈ ਕਮਾਂਡ ਦੀ ਖਿਲਾਫਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੇ ਬ੍ਰਹਮ ਮਹਿੰਦਰਾ ਨੇ ਵੀ। ਤੁਹਾਨੂੰ ਲੱਗਦਾ ਪਿੱਠ ਛੁਰਾ ਖੋਪਿਆ? ਮੈਂ ਤਾਂ ਇਹ ਕਹਿਣਾ ਚਾਹਾਂਗਾ
ਕਿ ਅਗਰ ਕੋਈ ਕਾਂਗਰਸ ਪਾਰਟੀ ਦਾ ਲਾਇਲ ਵਰਕਰ ਹੈ, ਅਗਰ ਕੋਈ ਦਿੱਲੀ ਨੂੰ ਦੀ ਰਾਜਨੀਤੀ ਸਮਝਦਾ ਹੈ ਜਾਂ ਸਮਝਦਾ ਕਿ ਸਾਡੀ ਪਾਰਟੀ ਹੈ ਕਾਂਗਰਸ ਪਾਰਟੀ, ਤੇ ਸਾਡੀ ਕਾਂਗਰਸ ਪਾਰਟੀ ਦਾ ਇਹੀ ਸੁਨੇਹਾ ਹੈ ਕਿ ਜੋ ਫੈਸਲਾ ਆਵੇ ਬੇਸ਼ੱਕ ਉਹ ਮਨਜ਼ੂਰ ਹੋਵੇ ਨਾ ਹੋਵੇ ਉਹ ਮੰਨ ਲੈਣਾ ਚਾਹੀਦਾ। ਤੁਸੀਂ ਮੈਨੂੰ ਦੇਖ ਲਓ, ਮੈਂ ਮਨਪ੍ਰੀਤ ਸਿੰਘ ਬਾਦਲ ਨਾਲ ਚੁਣਾਵ ਲੜਿਆ, ਮੈਂ ਉਹਨਾਂ ਨੂੰ ਚੁਣਾਵ ਹਰਾ ਦਿੱਤਾ ਸੀ 19,000 ਵੋਟਾਂ ਦੇ ਨਾਲ, ਪਰ ਫਿਰ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਗਿਆ ਤੇ ਮੈਂ ਸਵੀਕਾਰ ਕੀਤਾ ਹੈ ਕਿ ਬੇਸ਼ੱਕ ਉਹਨਾਂ ਨੂੰ ਮਿਨਿਸਟਰ ਬਣਾ ਦਿੱਤਾ ਗਿਆ, ਕੋਈ ਗੱਲ ਨਹੀਂ, ਕਦੇ ਸਾਡਾ ਵੀ ਸਮਾਂ ਆਏਗਾ। ਪਰ 4.5 ਸਾਲ ਤੁਸੀਂ ਸਮਝਦੇ ਹੋ ਅਸੀਂ ਜਿਹੜੇ ਚੁਣੇ ਨੁਮਾਇੰਦੇ ਕੰਮ ਨਹੀਂ ਕਰ ਸਕੇ? ਨਹੀਂ, ਐਸੀ ਕੋਈ ਗੱਲ ਨਹੀਂ, ਐਸੀ ਕੋਈ ਗੱਲ ਨਹੀਂ। ਹਾਂ, ਉਹਨਾਂ ਕੇ ਹੁਣ ਕੰਮ ਕਰਨਗੇ। ਨਹੀਂ, ਮੈਂ ਕਿਹਾ ਕੋਤਾਹੀਆਂ ਰਹੀਆਂ ਹੋਣੀਆਂ, ਕਮਜ਼ੋਰੀਆਂ ਕਈ ਰਹੀਆਂ ਹੋਣੀਆਂ, ਪਰ ਐਸੀ ਗੱਲ ਨਹੀਂ ਹੈ। 4.5 ਸਾਲਾਂ ਚ ਗਿੱਦੜਬਾਹ, ਤੁਸੀਂ ਬ੍ਰਦਰ ਗਲਤ ਸਵਾਲ ਨਾ ਪੁੱਛੋ, ਮੈਂ 4.5 ਸਾਲਾਂ ਚ ਗਿੱਦੜਬਾਹ ਇਲਾਕੇ ਚ ਬੜੇ ਬਥੇਰੇ ਤੇ ਚੰਗੇ ਕੰਮ ਕੀਤੇ ਹੈ, ਔਰ ਮੈਂ ਇਹ ਵੀ ਕਹਾਂਗਾ ਕਿ ਸਰਕਾਰ ਨੇ ਬਹੁਤ ਚੰਗੇ ਕੰਮ ਕੀਤੇ ਹੈ, ਲੇਕਿਨ ਹਾਂ ਕੁਝ ਕੰਮਾਂ ਤੇ ਹਜੇ ਵੀ ਕੰਮ ਕਰਨ ਦੀ ਜ਼ਰੂਰਤ ਹੈ। ਮਾਫੀ ਮੰਗਣੀ ਚਾਹੀਦੀ ਹੈ। ਮਸਲੇ ਆ ਤੇ ਸਿੱਧੂ ਨੇ ਇੰਨਾ ਰੌਲਾ ਪਾਇਆ, ਸਾਰੇ ਟਵੀਟ ਕੀਤੇ ਕਿ ਤੁਹਾਨੂੰ ਲੱਗਦਾ ਸਿਰਫ 6 ਮਹੀਨਿਆਂ ਦੇ ਵਿੱਚ ਐਡਰੈਸ ਹੋ ਜਾਣਗੇ ਸਾਰੇ? ਮੈਂ ਕਹਿੰਦਾ ਜੇ ਮਸਲੇ ਹੱਲ ਕਰਨ ਦੀ ਸ਼ਮਤਾ ਹੋਵੇ, ਜੇ ਤੁਹਾਡੇ 'ਚ ਦਮ ਹੋਵੇ ਤਾਂ ਮਸਲੇ ਇੱਕ ਦਿਨ ਦੇ ਵਿੱਚ ਹੀ ਹੱਲ ਹੋ ਜਾਂਦੇ। 6 ਮਹੀਨੇ ਤਾਂ ਬਹੁਤ ਲੰਮਾ ਸਮਾਂ ਹੈ। ਪਬਲਿਕਲੀ ਮਾਫੀ ਮੰਗਣੀ ਚਾਹੀਦੀ ਹੈ। ਪਬਲਿਕਲੀ ਮਾਫੀ ਮੰਗਣ ਕੈਪਟਨ ਅਮਰਿੰਦਰ ਸਿੰਘ ਯਾਰ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਕਿਸੇ ਨੂੰ ਕੋਈ ਮਾਫੀ ਤਾਂ ਯਾਰ ਵੱਡੇ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਮਾਫੀ ਸ਼ਬਦ ਆਉਣਾ ਹੀ ਨਹੀਂ ਚਾਹੀਦਾ। ਪਰ ਤੁਸੀਂ ਸਮਝਦੇ ਹੋ ਕਿ ਕਾਂਗਰਸ ਪਾਰਟੀ ਦੇ ਗੁਨਾਹਗਾਰ ਕੌਣ ਹੈ ਜਿਸ ਕਰਕੇ ਸਾਰਾ ਜਿਹੜਾ ਹੈ ਵਿਵਾਦ ਪਿਆ? ਕੋਈ ਗੁਨੇਗਾਰ ਨਹੀਂ ਯਾਰ, ਪਰਿਵਾਰ ਦੇ ਵਿੱਚ ਜੇ ਲੜਾਈ ਹੋ ਜਾਏ ਕਿਹਨੂੰ ਗੁਨੇਗਾਰ ਦੱਸੋਗੇ? ਇਹ ਚੱਲਦਾ ਰਹਿੰਦਾ ਹੈ। ਮੈਨੂੰ ਲੱਗਦਾ ਤੁਸੀਂ ਹਮੇਸ਼ਾ ਹੀ, ਤੁਹਾਨੂੰ ਮੈਂ ਦੇਖਦਾ ਰਹਿਣਾ, ਐਸਾ ਸਵਾਲ ਪੁੱਛਦੇ ਹੋ ਜਾਣਬੁੱਝ ਕੇ ਉਹਦੇ ਤੇ ਪੈਟਰੋਲ ਹੀ ਪਾ ਦਿੰਦੇ ਹੋ। ਮੇਰੀ ਬੇਨਤੀ ਹੈ 100% ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਹੋਣ। इसके ऊपर टिप्पणी करना तो मेरा वैसे कोई बनता नहीं है। वैसे जितना मैं कैप्टन साहब को जानता हूँ उनका बहुत बड़ा दिल है। अभी कोई अगर उनके मन में कोई बात है वो भी जल्दी दूर हो जाएगी और इकट्ठे होकर कांग्रेस जो है इलेक्शन लड़ेगी। सिद्धू साहब को माफ़ी मांगनी चाहिए, आपकी पर्सनल राय क्या है इस पर? देखो, इसमें मांगना ना मांगना मेरे ख्याल से जो माफ़ करने वाला होता वो सबसे बड़ा होता। और जैसे मैंने बोला कि कैप्टन साहब का दिल बहुत बड़ा, उन्होंने बाजवा साहब के साथ भी उनके मतभेद थे, उन्होंने दूर किया। सिद्धू के साहब के साथ भी अगर होंगे वो भी दूर हो जाएंगे, कोई दिक्कत नहीं है। लेकिन एक ट्वीट पर लिखा आ रहा है कि सिद्धू साहब जितनी देर तक माफ़ी नहीं मांगते उतनी देर तक माफ़ी नहीं मांगते उतनी देर तक मैं कह रहा जी, मैं कैप्टन साहब का बहुत बड़ा दिल आ। जे को माड़े मोटे मतभेद हैगे आ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਦ ਇੰਟਰਵੀਨ ਕਰੂਗੀ ਸਮੇਂ ਦੇ ਨਾਲ ਉਹ ਵੀ ਛੇਤੀ ਦੂਰ ਹੋ ਜਾਊਗੇ, ਤਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਅੱਛੀ ਸਾਫ਼ ਸੁਥਰੀ ਸਰਕਾਰ ਦੇ ਸਕੀਏ। ਔਰ ਜਿਹੜੇ ਮੁੱਦੇ ਆ, ਜਿਹੜੇ 18 ਮੁੱਦੇ ਆ ਜਿਹੜੇ ਕਿ ਹਾਈ ਕਮਾਂਡ ਨੇ ਲਿਖ ਕੇ ਭੇਜੇ ਆ, ਉਹਨੂੰ ਆਪਾਂ ਪੂਰਾ ਕਰ ਸਕੀਏ। 4.5 ਸਾਲ ਹੋ ਗਏ ਨੇ ਤਾਂ ਲੋਕ ਕਹਿੰਦੇ ਕਿ ਸਾਡਾ ਸਮਾਂ ਕਦੋਂ ਆਏਗਾ? ਆਪਣੇ ਸਮੇਂ ਤੇ 4.5 ਸਾਲ ਕੱਟਦੇ ਆ, ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦੇਖੋ, ਮੈਂ ਇਸ ਗੱਲ ਨਾਲ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਮੈਂ ਸਮਝਦਾ ਕਿ ਕਾਫੀ ਜਿਹੜਾ ਡਿਵੈਲਪਮੈਂਟ ਦਾ ਜਿਹੜਾ ਕੰਮ ਹੋਇਆ, ਮੈਂ ਆਪਣੇ ਹਲਕੇ ਦੀ ਗੱਲ ਕਰ ਸਕਦਾ, ਬਾਕੀ ਸਾਰਾ ਪੰਜਾਬ ਤਾਂ ਮੈਂ ਦੇਖਿਆ ਨਹੀਂ। ਮੇਰੇ ਡਿਸਟ੍ਰਿਕਟ 'ਚ ਔਰ ਮੇਰੇ ਹਲਕੇ 'ਚ ਜਿੰਨੀ ਵੀ ਹੋ ਸਕਦੀ ਸੀ ਡਿਵੈਲਪਮੈਂਟ ਆਪਾਂ ਕੀਤੀ ਆ। ਬਾਕੀ ਜਿਹੜੇ ਕੁਝ ਮੁੱਦੇ ਜਿਹੜੇ ਇਨਕੰਪਲੀਟ ਆ ਉਹ ਤਾਂ ਆਪਾਂ ਵੀ ਕਹਿੰਦੇ ਕਿ ਇਨਕੰਪਲੀਟ ਆ। ਹੁਣ ਹਾਈ ਕਮਾਂਡ ਨੇ ਸੀਐਮ ਸਾਹਿਬ ਨੂੰ ਵੀ ਇਹ ਆਦੇਸ਼ ਕੀਤੇ ਆ, ਸਿੱਧੂ ਸਾਹਿਬ ਨੂੰ ਵੀ ਆਪਾਂ ਉਹਨਾਂ ਨੂੰ ਕਹਿ ਰਹੇ ਕਿ ਇਹ ਕਰਨਾ, ਔਰ ਮੈਨੂੰ ਪੂਰਾ ਯਕੀਨ ਆ ਕਿ ਰਲ ਮਿਲ ਕੇ ਇਹਨਾਂ ਦੀ ਲੀਡਰਸ਼ਿਪ 'ਚ ਇਹ ਮੁੱਦੇ ਪੂਰੇ ਸਾਰੇ ਹੋਣਗੇ। ਥੈਂਕ ਯੂ। ਆਖਰੀ ਸਵਾਲ ਕਿ ਕੈਪਟਨ ਸਾਹਿਬ ਕਹਿ ਰਹੇ ਨੇ ਮਾਫੀ ਮੰਗੋ ਸਿੱਧੂ ਨੂੰ, ਤੁਹਾਨੂੰ ਲੱਗਦਾ ਕੈਪਟਨ ਸਾਹਿਬ ਪੰਜਾਬ ਦੀ ਜਨਤਾ ਨੂੰ ਮਾਫੀ ਮੰਗਣੀ ਚਾਹੀਦੀ ਕਿ ਤੁਸੀਂ ਵਾਅਦਾ ਕੋਈ ਨਹੀਂ ਨਿਭਾਇਆ? ਦੇਖੋ, ਉਹ ਸਾਡੇ ਬੜੇ ਲੀਡਰ ਨੇ, ਸਿੱਧੂ ਸਾਹਿਬ ਬੜੇ ਲੀਡਰ ਨੇ, ਮੈਂ ਇਸ ਤੇ ਕੋਈ ਜ਼ਿਆਦਾ ਦੇਖੋ, ਮਾਫੀ ਮੰਗਣਾ ਨਾ ਮੰਗਣਾ ਇਹ ਮੁੱਦਾ ਨਹੀਂ ਹੈ। ਮੁੱਦਾ ਇਹ ਹੈ ਕਿ ਪੰਜਾਬ ਦੇ ਜਿਹੜੇ ਇਸ਼ੂਜ਼ ਆ ਰਿਜ਼ੋਲਵ ਹੋਣੇ ਚਾਹੀਦੇ ਆ, ਔਰ ਆਪਾਂ ਜੋ ਸੀਨੀਅਰ ਹਾਈ ਕਮਾਂਡ ਨੇ ਸੋਨੀਆ ਗਾਂਧੀ ਜੀ ਨੇ ਜੋ 18 ਪੁਆਇੰਟ ਦਿੱਤੇ ਆ ਉਹਨੂੰ ਲਾਗੂ ਕੀਤਾ ਜਾਵੇ। ਔਰ ਮੈਨੂੰ ਪੂਰਾ ਯਕੀਨ ਆ ਕਿ ਸਿੱਧੂ ਸਾਹਿਬ ਸਾਡੇ ਪ੍ਰਧਾਨ ਬਣੇ ਆ, ਸੀਐਮ ਸਾਹਿਬ ਨਾਲ ਰਲ ਕੇ ਉਹ ਮੁੱਦੇ ਪੂਰੇ ਕੀਤੇ ਜਾਣਗੇ। ਜੀ ਆਸ਼ੀਰਵਾਦ ਤੇ ਬਜ਼ੁਰਗਾਂ ਦਾ ਲੈਣਾ ਹੀ ਚਾਹੀਦਾ, ਲੈਣ ਜਾਵਾਂਗੇ। ਮਾਫੀ ਮੰਗਣੀ ਚਾਹੀਦੀ ਹੈ ਕਿ ਨਹੀਂ? ਸਵਾਲ ਮਾਫੀ ਦਾ ਮਾਫੀ ਬਾਕੀ ਐਮਐਲਏ ਕਹਿੰਦੇ ਕਿ ਪ੍ਰਧਾਨ ਬਣਾ ਕੇ ਹਾਈ ਕਮਾਂਡ ਨੇ ਭੇਜਿਆ, ਮਾਫੀ ਨਹੀਂ ਮੰਗਣੀ ਚਾਹੀਦੀ। ਇਹ ਗੱਲ ਇਹਦੇ ਬਾਰੇ ਮੇਰੀ ਕੋਈ ਰਾਏ ਨਹੀਂ ਜੀ, ਮੈਂ ਕੁਝ ਨਹੀਂ ਕਹਿ ਸਕਦਾ। ਜਿਹੜੀ ਜੁੜਦਾ ਕਿਵੇਂ ਦੱਤੀ ਸਾਹਿਬ ਦਿਖੇਗੀ? ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੋਣ ਲੜੀ ਜਾਊਗੀ ਕਿ ਸਿੱਧੂ ਦੀ ਅਗਵਾਈ 'ਚ ਲੜੀ ਜਾਊਗੀ? ਇਹ ਹਾਈ ਕਮਾਂਡ ਦਾ ਫੈਸਲਾ ਜੀ। ਕੈਪਟਨ ਸਾਹਿਬ ਸੀਐਮ ਸੀਟ ਤੇ ਕੰਮ ਕਰਨਗੇ ਆਪਣਾ, ਇਹ ਪਾਰਟੀ ਪ੍ਰੈਜ਼ੀਡੈਂਟ ਤੇ ਇਸ ਤਰ੍ਹਾਂ ਸਰਕਾਰ ਬਣ ਜਾਏਗੀ ਪੰਜਾਬ 'ਚ? ਡੈਫੀਨੇਟਲੀ ਬਣੇਗੀ। ਅੱਜ ਦੇਖੋ ਨਾ ਮਾਹੌਲ ਕੀ ਹੈ, ਨਜ਼ਰ ਆਏਗਾ।
ਮਾਹੌਲ ਤਾਂ ਬਿਲਕੁਲ ਬਿਲਕੁਲ ਸਮਝੇਗਾ ਬਿਲਕੁਲ ਕਲੇਸ਼ ਖਤਮ ਹੋ ਗਿਆ ਜਿਹੜਾ ਤੁਸੀਂ ਬੋਲਦੇ ਨਾ ਕਾਟੋ ਕਲੇਸ਼ ਖਤਮ ਹੋ ਗਿਆ ਆਉਣ ਵਾਲੇ 2-4-5 ਦਿਨ ਚ ਕੈਪਟਨ ਸਾਹਿਬ ਸਿੱਧੂ ਸਾਹਿਬ ਤੁਹਾਨੂੰ ਸਾਰੇ ਇਕੱਠੇ ਨਜ਼ਰ ਜਿਹੜੇ ਨੇ ਅੰਮ੍ਰਿਤਸਰ ਦੇ ਉਹ ਕਿਤੇ ਨਜ਼ਰ ਨਹੀਂ ਆਏ ਅਜੇ ਤੱਕ ਤੁਸੀਂ ਕਹਿੰਦੇ ਕਲੇਸ਼ ਖਤਮ ਹੋ ਗਿਆ ਅਮਰਿੰਦਰ ਸਿੰਘ ਉਹਨਾਂ ਦਾ ਟਵੀਟ ਆਉਂਦਾ ਇੱਕ ਦੱਤੀ ਸਾਹਿਬ ਉਹ ਵੀ ਆ ਜਾਣਗੇ ਜੀ ਦੱਤੀ ਸਾਹਿਬ ਪਹੁੰਚ ਗਏ ਪਰ ਸਿੱਧੂ ਸਾਹਿਬ ਕਿਤੇ ਨਾ ਕਿਤੇ ਨਿਗਾਹ ਲਾ ਕੇ ਬੈਠੇ ਨੇ ਉਹ ਸੋਨੀ ਵੀ ਆ ਜਾਣ ਨਹੀਂ ਉਹ ਵੀ ਆ ਜਾਣਗੇ ਦੱਤੀ ਸਾਹਿਬ ਇੱਕ ਟਵੀਟ ਆਉਂਦਾ ਅਰਵਿੰਦ ਠੁਕਰਾਲ ਹੋਣੀ ਕਹਿ ਰਹੇ ਨੇ ਔਨ ਰਿਕਾਰਡ ਕੱਲ ਉਹਨਾਂ ਨੇ 10 ਘੰਟੇ 11 ਘੰਟੇ ਪਹਿਲਾਂ ਟਵੀਟ ਕੀਤਾ ਉਹ ਕਹਿੰਦੇ ਕਿ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਮਾਫੀ ਨਹੀਂ ਮੰਗਦੇ ਮੈਂ ਨਹੀਂ ਮਿਲਣਾ ਉਹਨਾਂ ਨੂੰ ਦੇਖੋ ਪਾਰਟੀ ਬੈਠ ਕੇ ਇਸ ਗੱਲ ਤੇ ਵਿਚਾਰ ਕਰੇਗੀ ਦੇਖੋ ਇਹਨੂੰ ਐਵੇਂ ਨਹੀਂ ਸੁੱਟ ਸਕਦੇ ਆਪਾਂ ਜੇ ਇਹ ਗੱਲ ਹੈਗੀ ਆ ਤੇ ਪਾਰਟੀ ਬੈਠੇਗੀ ਇਹਦਾ ਕੋਈ ਨਾ ਕੋਈ ਸਮਾਧਾਨ ਕੱਢਾਂਗੇ ਇਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਠੀਕ ਹੈ ਕੋਈ ਕੋਸ਼ਿਸ਼ਾਂ ਚੱਲ ਰਹੀਆਂ ਕੋਸ਼ਿਸ਼ਾਂ ਹਰ ਚੀਜ਼ ਤੇ ਹੁੰਦੀਆਂ ਜੀ ਏਡੇ ਏਡੇ ਵੱਡੇ ਮਸਲੇ ਮੁੱਕ ਜਾਂਦੇ ਆ ਦੇਸ਼ਾਂ ਦੇ ਇਹ ਤੇ ਕੋਈ ਮਸਲਾ ਨਹੀਂ ਹੈ ਇੱਕ ਪਾਰਟੀ ਦੇ ਪਰਿਵਾਰ ਦੇ ਵਿੱਚ ਇਹ ਥੋੜੀ ਬਹੁਤੀ ਨੋਕ ਝੋਂਕ ਆ ਖਤਮ ਕਰ ਉਹੀ ਗੱਲ ਫਿਰ ਜਾ ਕੇ ਗੱਲ ਕੈਪਟਨ ਸਾਹਿਬ ਸਿੱਧੂ ਨੂੰ ਮਿਲਣਗੇ ਦੋਹੇ ਬਹੁਤ ਸੀਨੀਅਰ ਸਾਡੇ ਨੇਤਾ ਹੈਗੇ ਆ ਦੋਵਾਂ 'ਚ ਬੜੀ ਫਰਾਕ ਦਿਲੀ ਹੈਗੀ ਹੈ ਇਹ ਆਪਸ 'ਚ ਮਾੜਾ ਮੋਟਾ ਮਿਸਅੰਡਰਸਟੈਂਡਿੰਗ ਹੈ ਜਿਹੜੀ ਰਿਜ਼ੋਲਵ ਹੋ ਜਾਣੀ ਹੈ ਕੋਈ ਲੋਕਾਂ ਦੇ ਵਿੱਚ ਗਲਤ ਮੈਸੇਜ ਨਹੀਂ ਜਾਏਗਾ ਹੈਨਰੀ ਸਾਹਿਬ ਇਸ ਬਿਲਕੁਲ ਨਹੀਂ ਸਾਰੇ ਇਕੱਠੇ ਹੋ ਕੇ ਸੀਐਮ ਸਾਹਿਬ ਦੀ ਸਰਪ੍ਰਸਤੀ ਦੇ ਥੱਲੇ ਤੇ ਸਰਦਾਰ ਨਵਜੋਤ ਸਿੰਘ ਸੀਐਮ ਸਾਹਿਬ ਤਾਂ ਕਹਿ ਰਹੇ ਕਿ ਮੈਂ ਸੰਤੁਸ਼ਟੀ ਨਹੀਂ ਹੈ ਮਾਫੀ ਮੰਗਣੀ ਤੇ ਫੇਰ ਹੀ ਮੈਂ ਅਗਾਂਹ ਵਧਾਂਗਾ ਫੇਰ ਹੀ ਮੈਂ ਉਹਨਾਂ ਨਾਲ ਮਿਲਾਂਗਾ ਤੇ ਬਿਲਕੁਲ ਸਹੀ ਹੋ ਜਾਣਾ ਹੈਗਾ ਤੁਸੀਂ ਸਮਾਂ ਦਿਓ ਸਮੇਂ ਦੇ ਨਾਲ ਬਿਲਕੁਲ ਨਹੀਂ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਛਲੇ 3 ਦਿਨਾਂ ਤੋਂ ਬਹੁਤ ਹੀ ਸੁਨਹਿਰਾ ਸੁਨੇਹਾ ਗਿਆ ਕਿ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਦੇ ਵਿੱਚ ਜੋ ਉਤਸ਼ਾਹ ਹੈਗਾ ਕਿ 22 ਦੇ ਵਿੱਚ ਦੁਬਾਰਾ ਕਾਂਗਰਸ ਦੀ ਤੇ ਲੋਕਾਂ ਦੀ ਸਰਕਾਰ ਵਿਧਾਇਕ ਜਿਹੜੇ ਪਹੁੰਚ ਰਹੇ ਨੇ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸੀਐਮ ਬਣਨਗੇ ਮਾਝੇ ਜੋ ਤੁਸੀਂ ਕੀ ਕਹਿਣਾ ਚਾਹੁੰਦੇ ਫਿਰ ਇਸ ਤਰ੍ਹਾਂ ਅਜੇ ਵਿਧਾਇਕਾਂ ਦੀ ਕਿਰਾਏ ਨਹੀਂ ਬਣ ਰਹੀ ਦੇਖੋ ਪਹਿਲਾਂ ਇਲੈਕਸ਼ਨ ਹੋਏਗੀ ਫਿਰ ਸਾਡੇ ਪ੍ਰਧਾਨ ਹਮੇਸ਼ਾ ਸੋਨੀਆ ਗਾਂਧੀ ਜੀ ਉਹਨਾਂ ਵੱਲੋਂ ਜੋ ਵੀ ਡਿਸੀਜਨ ਹੋਏਗੀ ਇਹ ਕਦੇ ਵੀ ਪਹਿਲਾਂ ਸਾਡੇ ਚੋਂ ਨਹੀਂ ਚੋਣ ਹੁੰਦੀ ਹੈਗੀ ਹਮੇਸ਼ਾ ਸੀਐਲਪੀ ਦਾ ਲੀਡਰ ਬਾਅਦ ਚੋਂ ਚੁਣਿਆ ਜਾਂਦਾ ਕਿ ਦੋ ਧੜੇ ਨਜ਼ਰ ਆਉਂਦੇ ਆ ਪੰਜਾਬ ਦੇ ਲੋਕ ਕਹਿੰਦੇ ਦੋ ਧੜਾਂ ਦੇ ਵਿੱਚ 2022 ਚ ਕਿੱਦਾਂ ਜਾਓਗੇ ਫਿਰ ਹੈਨਰੀ ਸਾਹਿਬ 2022 ਦੇ ਵਿੱਚ ਕਿਉਂਕਿ ਤੁਸੀਂ ਵਧਾਈਆਂ ਦੇਣ ਵਾਸਤੇ ਘਰੇ ਪਹੁੰਚ ਗਏ ਸਿੱਧੂ ਸਾਹਿਬ ਉਹਨਾਂ ਦਾ ਟਵੀਟ ਵੀ ਨਹੀਂ ਆਇਆ ਤੁਸੀਂ ਤਾਂ ਵਧਾਈ ਦੇਣ ਵਾਸਤੇ ਘਰ ਵੀ ਪਹੁੰਚ ਗਏ ਤੁਹਾਡੇ ਘਰ ਵੀ ਜਾ ਕੇ ਨਵਜੋਤ ਸਿੱਧੂ ਪਰ ਕਹਿੰਦੇ ਕਿ ਕੈਪਟਨ ਅਮਰਿੰਦਰ ਟਵੀਟ ਦੇ ਨਾਲ ਨਹੀਂ ਹੁੰਦਾ ਹੈਗਾ ਹਮੇਸ਼ਾ ਸਿਰਫ ਕੱਲਾ ਟਵੀਟ ਨਾਲ ਨਹੀਂ ਹੁੰਦਾ ਆਪਸੀ ਬਹਿ ਕੇ ਸਾਰਾ ਕੁਝ ਰਿਜ਼ੋਲਵ ਹੋਏਗਾ ਹਾਲੇ ਤਾਂ ਉਹਨਾਂ ਨੇ ਪਹਿਲਾਂ ਅੱਜ ਹਰਮੰਦਰ ਸਾਹਿਬ ਮੱਥਾ ਟੇਕਣਾ ਫਿਰ ਉਹਨਾਂ ਨੇ ਆਪਣੀ ਚੇਅਰ ਦੇ ਉੱਤੇ ਜਾ ਕੇ ਬੈਠਣਾ ਤੇ ਸਾਰੇ ਇਕੱਠੇ ਹੋ ਕੇ ਅਸੀਂ ਕਾਂਗਰਸ ਦੇ ਨਾਲ